ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ, ਜੋ ਲਰੈ दीन के हेत। जाको हर रंग लागो इस जुग में है, सो कहियत है सूरा। ऐसे सूर में बहादुर शहीद धन धन साहिबजादा बाबा जोरावर सिंह जी, धन धन साहिबजादा बाबा फतेह सिंह जी। असी सारे ही इन्हां शहीदां नूं याद करते हुए गुरु चरनां विच नतमस्तक हो रहे हाँ। खालसा जीओ, संसार विच इस तो वड्डा साका कोई नहीं होवेगा कि छोटी उम्र विच शहीद। उम्र छोटी है पर जज्बे वड्डे हन, हौसले बुलंद हन, धर्म विच परपक्ता है, आत्म स्वरूप परमात्म स्वरूप वाला है, मन विच गिरावट नहीं। ये हन शहीद साहिबजादा बाबा जोरावर सिंह, कलगीधर पातशाह दे लखते जिगर फरजंद। असी इन चार साहिबजादे क्यों आखते हैं? साहिबजादे होर भी बड़े हुए। समाज विच किसी दा बेटा होवे उन्होंने की आखते हैं? पुत्र। जदों उस पुत्र बनने की कोशिश करता होवे, वे बाणी विच भी बचन आउंदा है, बा बाणियां कहानियां पुत सपुत करेन, कि पुत सपुत्र बन जाते हैं। जड़े अपने वड्डे वडेरियां दियां कथा कहानियां उन्हां दे पाए हुए पूर्ण तुरदे हैं, वो सपुत्र बन जाते हैं। कि जिहड़ा पुत्र अपने माँ प्यो का नां मिट्टी च मिला दवे उन्होंने कहते कपुत। सपुत्र, पुत्र ते कपुत्र। एक हुंदा है शहजादा, जिवें श्री दसम ग्रंथ साहिब विच बचित्र नाटक विच ये बचन आउंदा है, अत शहजादे को आगमन कथन। किसी बादशाह का जाया होया, ज्यादा जाया होया, शह बादशाह। किसी राजे महाराजे का जम्मिया होया पुत्र उन्होंने कहते शहजादा। ते इधर है साहिबजादा। ज़ादे का अर्थ है जमया होया ही है, जन्म होना, आगमन होना, प्रकाश कह लो, धरती ते आना। साहिब अकाल पुरख परमात्मा, धन गुरु नानक पातशाह, धन गुरु गोबिंद सिंह कलगीधर पिता। इन्हां दे घर जिन्हां जिन्हां दा आगमन होया उन्होंने कहणगे साहिबजादे। पर खास तौर पे ये साहिबजादे बहुत प्रसिद्ध होए। अरदास विच जिहड़ा दूजा पदा आउंदा है, 10 गुरु साहिबान तो बाद धन गुरु ग्रंथ साहिब पातशाह का नाम, फिर 5 प्यारे 4 साहिबजादे। ये कौन हन खालसा जीओ? ये रब आप
ਉਹਨੇ ਆਪਣਾ ਸਰੂਪ ਭੇਜਿਆ ਇਹਨਾਂ ਦੇ ਸਰੀਰ ਵਿੱਚ ਆ ਕੇ। ਇਹ ਮਹਾਕਾਲ ਦਾ ਸਰੂਪ ਹਨ। ਇੱਕ ਦਿਨ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਉੱਤੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਜਾਓ ਸਿੰਘੋ, ਮਹਾਕਾਲ ਦਾ ਰੂਪ ਧਾਰ ਕੇ ਆਓ, ਜਾਓ ਤਿਆਰ ਬਰ ਤਿਆਰ ਹੋ ਕੇ ਆਓ। ਸਾਰੇ ਸਿੰਘ ਚਲੇ ਗਏ। ਕੋਈ ਕੀ ਲਿਬਾਸ ਪਾ ਕੇ ਆ ਗਿਆ, ਕੋਈ ਕੀ ਲਿਬਾਸ ਪਾ ਕੇ ਆ ਗਿਆ। ਬਾਬਾ ਫਤਿਹ ਸਿੰਘ ਨੂੰ ਵੀ ਪਾਤਸ਼ਾਹ ਨੇ ਆਖਿਆ, ਬੇਟਾ ਤੁਸੀਂ ਵੀ ਜਾਓ, ਤੁਸੀਂ ਵੀ ਸਿੰਘਾਂ ਵਿੱਚ ਹੋ, ਭਾਵੇਂ ਛੋਟੇ ਹੋ ਸਿੰਘਾਂ ਵਿੱਚ ਹੀ ਹੋ, ਜਾਓ ਰੂਪ ਧਾਰ ਕੇ ਆਓ, ਤੁਸੀਂ ਵੀ ਮਹਾਕਾਲ ਦਾ ਰੂਪ ਧਾਰ ਕੇ ਆਓ। ਬਾਬਾ ਫਤਿਹ ਸਿੰਘ ਜੀ ਚਲੇ ਗਏ। ਜਿੱਥੇ ਅੱਜ ਕੱਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੁਸੀਂ ਪੌੜੀਆਂ ਥੱਲੇ ਉਤਰਦੇ ਹੋ ਨਾ, ਇਧਰੋਂ ਚੜ੍ਹਨਾ ਇਧਰ ਉਤਰਨਾ ਦਰਸ਼ਨ ਕਰਕੇ, ਉਹਦੇ ਲਗਭਗ ਜੇ ਕਹਿ ਲਓ 20 ਕਦਮ ਨਾਲ ਇੱਕ ਸਥਾਨ ਹੈ ਦੁਮਾਲਗੜ੍ਹ ਸਾਹਿਬ। ਉੱਤੇ ਜਾ ਕੇ ਪੌੜੀਆਂ ਚੜ੍ਹਦੀਆਂ, ਉੱਤੇ ਸਥਾਨ ਹੈ ਦੁਮਾਲਗੜ੍ਹ ਵਾਲੇ ਪਾਵਨ ਸਥਾਨ ਉੱਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਚਲੇ ਗਏ। ਅਰਦਾਸ ਕੀਤੀ, ਅਕਾਲ ਪੁਰਖ ਮਹਾਕਾਲ ਜੀ, ਤੁਸੀਂ ਹੀ ਅਕਾਲ ਪੁਰਖ ਹੋ, ਤੁਸੀਂ ਹੀ ਮਹਾਕਾਲ ਹੋ। ਪਾਤਸ਼ਾਹ ਆਪਣਾ ਸਰੂਪ ਦਾਸ ਨੂੰ ਦਵੋ, ਆਪਣਾ ਸਰੂਪ ਸਜਾਵੋ। ਅਰਦਾਸ ਬੇਨਤੀ ਕਰਕੇ ਤਿਆਰ ਬਰ ਤਿਆਰ ਹੋਣ ਲੱਗੇ। ਉੱਚਾ ਦਮਾਲਾ, ਨੀਲਾ ਚੋਲਾ, ਕਮਰ ਕੱਸਾ, 3 ਫੁੱਟੀ ਸ਼੍ਰੀ ਸਾਹਿਬ, ਬਰਛਾ, ਕਮਰ ਕਸੇ ਵਾਲੇ ਸ਼ਸਤਰ ਬਿਲਕੁਲ ਤਿਆਰ ਬਰ ਤਿਆਰ ਕਰਾ ਕੇ ਨਾ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦਰਬਾਰ ਵਿੱਚ ਆਉਣ ਲੱਗੇ। ਉੱਤੇ ਫਰਰਾ ਝੂਲਦਾ ਹੈ, ਨੀਲਾ ਫਰਰਾ ਝੂਲਦਾ ਉੱਤੇ। ਜਦੋਂ ਤਖਤ ਕੇਸਗੜ੍ਹ ਸਾਹਿਬ ਆਏ, ਪਾਤਸ਼ਾਹ ਉੱਠ ਕੇ ਖੜੇ ਹੋ ਗਏ। ਭਾਈ ਦਇਆ ਸਿੰਘ ਕਹਿਣ ਲੱਗੇ, ਮਹਾਰਾਜ ਤੁਹਾਡੇ ਸਪੁੱਤਰ ਆਏ ਹਨ, ਉੱਠ ਕੇ ਕਿਉਂ ਖੜੇ ਹੋਏ? ਤੁਸੀਂ ਤਾਂ ਖੁਦ ਪਰਮੇਸ਼ਰ ਹੋ। ਕਲਗੀਧਰ ਪਿਤਾ ਕਹਿਣ ਲੱਗੇ, ਦਇਆ ਸਿੰਘ ਜੀ ਇਹ ਰੱਬ ਆ ਗਿਆ ਹੈ, ਬਸ ਰੱਬ ਦਾ ਇਹ ਸਰੂਪ ਹੈ। ਮਹਾਕਾਲ ਅਕਾਲ ਸਰੂਪ ਹਨ ਬਾਬਾ ਫਤਿਹ ਸਿੰਘ ਜੀ। ਉਦੋਂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਐ ਫਤਿਹ ਸਿੰਘ ਜੀ, ਚਲੇਗਾ ਤੋਰ ਜੈਸਾ ਪੰਥ ਐਸਾ ਮੁਖ ਤੇ ਅਲਾਇਆ। ਚਲੇਗਾ ਤੋੜ ਜੈਸਾ ਪੰਥ ਐਸਾ ਮੁਖ ਤੇ ਅਲਾਇਆ। ਇਹ ਕਲਗੀਧਰ ਪਾਤਸ਼ਾਹ ਨੇ ਆਪ ਬਚਨ ਕੀਤਾ ਕਿ ਬੇਟਾ ਸਾਰੀ ਦੁਨੀਆ ਤੁਹਾਨੂੰ ਯਾਦ ਕਰੇਗੀ। ਪੰਥ ਵਿੱਚ ਜੇ ਵੱਡਾ ਨਾਂ ਹੋਵੇਗਾ ਸਾਹਿਬਜ਼ਾਦਿਆਂ ਵਿੱਚੋਂ ਤੁਹਾਡਾ ਹੋਵੇਗਾ ਬੇਟਾ। ਇਹ ਬਾਦਸ਼ਾਹ ਦੇ ਬਚਨ ਖਾਲਸਾ ਜੀਓ। ਐਸੇ ਬਾਬਾ ਫਤਿਹ ਸਿੰਘ ਜੀ ਖਾਲਸਾ ਜੀ ਕਲਗੀਧਰ ਪਾਤਸ਼ਾਹ ਦੇ ਲਖਤੇ ਜ਼ਿਕਰ। ਇਤਿਹਾਸ ਆਪ ਸਭ ਜਾਣਦੇ ਹੋ। ਸ਼ਹੀਦ ਉਹ ਹੁੰਦਾ ਹੈ ਜਿਹੜਾ ਸੱਚ ਦੇ ਹੱਕ ਵਿੱਚ ਹੋਵੇ। ਬਸ ਝੂਠ ਨੇ ਬੜਾ ਦਬਾਣਾ ਚਾਹਿਆ ਸੱਚ ਨੂੰ। ਪੰਜਵੇਂ ਪਾਤਸ਼ਾਹ ਸੱਚ ਸਨ, ਸੱਚ ਨੂੰ ਝੂਠ ਨੇ ਦਬਾਣਾ ਚਾਹਿਆ। ਕਲਗੀਧਰ ਪਾਤਸ਼ਾਹ ਦੇ ਕਹਿ ਲੋ ਪੜਦਾਦਾ ਜੀ ਆਪ ਸ਼ਹੀਦ ਹੋ ਗਏ, ਪਰ ਦੱਬੇ ਨਹੀਂ, ਨੀਵੇਂ ਨਹੀਂ ਹੋਏ, ਕਿਸੇ ਦੀ ਈਨ ਨਹੀਂ ਮੰਨੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਤੇਰਾ ਕੀਆ ਮੀਠਾ ਲੱਗ। ਇੱਕ ਸ਼ਹੀਦੀ ਉੱਤੇ ਲੱਖਾਂ ਸ਼ਹੀਦੀਆਂ ਹੋ ਗਈਆਂ ਖਾਲਸਾ ਜੀਓ। ਇੱਕੋ ਸ਼ਹੀਦੀ ਸੀ। ਮਾਤਾ ਗੋਜਰੀ ਬਾਰ-ਬਾਰ ਸੁਣਾਉਂਦੇ, ਬੇਟਾ ਤੁਹਾਡੇ ਦਾਦਾ ਜੀ ਨੇ ਤਸੀਹੇ ਚੱਲੇ,
ਤੱਤੀਆਂ ਤਵੀਆਂ ਤੇ ਬੈਠੇ, ਦੇਗਾਂ 'ਚ ਉਬਾਲੇ ਖਾਏ, ਬੇਟਾ ਉਹਨਾਂ ਦੇ ਪਾਏ ਹੋਏ ਪੂਨੇ ਤੁਰਨਾ ਹੈ। ਉਹ ਇੱਕੋ ਸ਼ਹੀਦੀ ਸੀ ਖਾਲਸਾ ਜੀ। ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ, ਪਹਿਲਾਂ ਖਾਲਸਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ, ਉਹਨਾਂ ਦੇ ਪੋਤਰੇ ਗੁਰੂ ਤੇਗ ਬਹਾਦਰ ਪਾਤਸ਼ਾਹ, ਉਹਨਾਂ ਦੇ ਪੋਤਰੇ ਇਹ ਚਾਰ ਸਾਹਿਬਜ਼ਾਦੇ। ਜਦੋਂ ਸਰਸਾ ਤੇ ਵਿਛੋੜਾ ਪਿਆ, ਉੱਥੋਂ ਫਿਰ ਖਾਲਸਾ ਇੱਕ ਰੱਬ ਦਾ ਪਿਆਰਾ ਨਾਲ ਸੀ ਇਹਨਾਂ ਦੇ, ਜਿਹਦਾ ਨਾਮ ਸੀ ਖਾਲਸਾ ਦੋਨਾ ਸਿੰਘ ਹੰਡੂਰੀਆ। ਪਿਆਰਾ ਸਿੰਘ ਪਦਮ ਨੇ ਕਿਤਾਬ ਐਡਿਟ ਕੀਤੀ ਹੈ ਚਾਰ ਸਾਹਿਬਜ਼ਾਦੇ। ਉਹਦਾ ਇੱਕ ਹਿੱਸਾ ਹੈ ਕਥਾ ਗੁਰੂ ਕੇ ਸੁਤਨ ਕੀ। ਬਹੁਤ ਪੁਰਾਤਨ ਇਹ ਐਵੀਡੈਂਸ ਹੈ। ਉਹ ਦੋਨਾ ਸਿੰਘ ਹੰਡੂਰੀਆ ਇਹ ਕਲਗੀਧਰ ਪਾਤਸ਼ਾਹ ਦੇ ਨਾਲ ਰਹਿੰਦਾ ਸੀ। ਜਦੋਂ ਸਾਹਿਬਜ਼ਾਦੇ ਸਰਸਾ ਤੇ ਵਿਛੋੜਾ ਪਿਆ ਨਾ, ਉਦੋਂ ਥੋੜੇ ਚਮਕੌਰ ਸਾਹਿਬ ਵੱਲ ਜਾ ਕੇ ਫਿਰ ਵਾਪਸ ਆ ਗਏ ਸਨ। ਭਾਵ ਉਹਨਾਂ ਪਿੰਡਾਂ ਵੱਲ ਜਾ ਕੇ ਫਿਰ ਖਾਲਸਾ ਜੀ ਉਹ ਕੁੰਬੇ ਮਾਸ਼ਕੀ ਦੀ ਝੁੱਗੀ ਵੱਲ ਆਏ। ਉੱਥੇ ਲక్ష్ਮੀ ਨਾਮ ਦੀ ਖਾਲਸਾ ਜੀ ਬੀਬੀ ਨੇ ਸੇਵਾ ਕੀਤੀ। ਉੱਥੋਂ ਫਿਰ ਖਾਲਸਾ ਜੋ ਪਰੰਪਰਾ ਅਨੁਸਾਰ ਗੰਗੂ ਬ੍ਰਾਹਮਣ, ਇਹ ਬ੍ਰਾਹਮਣ ਪਹਿਲਾਂ ਗੁਰੂ ਘਰ ਦੇ ਰਸੋਈਏ ਹੁੰਦੇ ਸਨ। ਇਹਦਾ ਕਾਰਨ ਇਹ ਸੀ ਵੀ ਦੂਜੇ ਪਾਤਸ਼ਾਹ ਵੇਲੇ ਵੀ ਭਾਈ ਜੋਧ ਰਸੋਈਆ ਸੀ, ਬ੍ਰਾਹਮਣ ਸੀ, ਕਿਉਂਕਿ ਕੁਦਰਤੀ ਸੁੱਚਮ ਜ਼ਿਆਦਾ ਰੱਖਦੇ ਨਾ। ਉਹ ਸੁੱਚਮ ਰੱਖਣ ਵਾਲਾ ਹੀ ਤਾਂ ਰਸੋਈਆ ਲਾਂਗਰੀ ਹੁੰਦਾ ਹੈ, ਜਿਹੜਾ ਝੂਠ ਮੂਠ ਰੱਖੇ ਰਸੋਈਆ ਨਹੀਂ ਹੁੰਦਾ। ਪਰ ਹੈ ਇਹ ਰਸੋਈਆ, ਤੇ ਹੁਣ ਇਹਨੇ ਗੁਰੂ ਘਰ ਦਾ ਲੂਣ ਖਾਇਆ ਤੇ ਨਮਕ ਹਰਾਮ ਬਣ ਗਿਆ, ਲਾਲਚ ਵਸ ਹੋ ਗਿਆ, ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ, ਖੇੜੀ ਪਿੰਡ ਲੈ ਗਿਆ, ਜਿਹਨੂੰ ਅੱਜ ਕੱਲ੍ਹ ਸਹੇੜੀ ਕਹਿੰਦੇ ਆ। ਉੱਥੋਂ ਫਿਰ ਇਹਦੇ ਲਾਲਚ ਵਸ ਆ ਕੇ ਉਹ ਜਿਹੜੀ ਪੋਟਲੀ ਚੁੱਕੀ ਨਾ, ਜਿੱਥੇ ਦਵਾਈ ਨਾ, ਉਹ ਇਹਦੇ ਹੱਥ ਵੀ ਲੱਗੀ ਨਹੀਂ। ਜਿਸ ਪੋਟਲੀ ਕਰਕੇ, ਮਾਇਆ ਕਰਕੇ ਲਾਲਚ ਵਸ ਹੋਇਆ, ਆਪਣੇ ਧਰਮ ਗਵਾਇਆ ਇਹਨੇ, ਉਹ ਮਾਇਆ ਵੀ ਕਿਸੇ ਦੀ ਬਣੀ ਨਾ ਖਾਲਸਾ ਜੀਓ। ਤੇ ਉੱਥੇ ਜ਼ਿਕਰ ਕਰਦੇ ਦੋਨਾ ਸਿੰਘ ਹੰਡੂਰੀਆ, ਇਹ ਮੁਰਿੰਡੇ ਦਾ ਮੁਰਿੰਡੇਸ਼ ਜੋ ਇਲਾਕੇ ਦਾ ਚੌਧਰੀ ਸੀ, ਉਹਨੂੰ ਨਾਲ ਲੈ ਕੇ ਬੱਚਿਆਂ ਨੂੰ ਬੋਰੀ 'ਚ ਪਾ ਕੇ ਲੈ ਕੇ ਗਏ ਠੰਡੇ ਬੁਰਜ ਵੱਲ। ਅੱਖੋ ਸਤਨਾ ਇੱਕ ਰਾਤ ਰਹੇ ਮੁਰਿੰਡੇ। ਉੱਥੋਂ ਆਪਣੇ ਵੱਲੋਂ ਇਹਨਾਂ ਨੇ ਪੂਰੀ ਕਹਿ ਲਓ ਕੋਸ਼ਿਸ਼ ਕਰਕੇ ਬੱਚਿਆਂ ਨੂੰ ਬੰਦ ਕਰਕੇ ਬੋਰੀ 'ਚ ਪਾ ਕੇ ਲੈ ਕੇ ਗਏ ਸਰਹੰਦ। ਉੱਥੇ ਉੱਪਰ ਜਾ ਕੇ ਸਲਾਹ ਮੰਗੀ ਵੀ ਦੱਸੋ ਕਿੱਥੇ ਰੱਖੀਏ ਬੱਚੇ, ਗੁਰੂ ਕੇ ਬੱਚੇ ਲੈ ਕੇ ਆਏ ਆ। ਤੇ ਆਦੇਸ਼ ਹੋਇਆ ਜਿੱਥੇ ਠੰਡਾ ਬੁਰਜ ਆ ਉੱਥੇ ਰੱਖੋ ਇਹਨਾਂ ਨੂੰ। ਠੰਡੇ ਬੁਰਜ ਵਿੱਚ, ਜਿੱਥੇ ਗਰਮੀ ਦੇ ਦਿਨਾਂ ਵਿੱਚ ਵੀ ਠੰਡ ਲੱਗਦੀ ਸੀ ਖਾਲਸਾ ਜੀਓ। ਦਿੱਲੀ ਤੋਂ ਲਾਹੌਰ ਤੱਕ ਜਾਂ ਲਾਹੌਰ ਤੋਂ ਦਿੱਲੀ ਤੱਕ ਕਿਸੇ ਨੇ ਆਣਾ ਜਾਣਾ ਹੈ, ਕੋਈ ਨਵਾਬ, ਕੋਈ ਬਾਦਸ਼ਾਹ ਜਾਂ ਉਹਦੀ ਬੇਗਮ, ਉਹਦਾ ਠਹਿਰਾਅ ਇੱਥੇ ਹੁੰਦਾ ਸੀ ਗਰਮੀ ਦੇ ਸਮਾਂ ਵਿੱਚ, ਕਿ ਇੱਥੇ ਬੈਠਦੇ ਸਨ। ਇਤਨੀ ਠੰਡ ਗਰਮੀ ਦੇ ਸਮੇਂ ਵਿੱਚ ਵੀ, ਤੇ ਇਹ ਤਾਂ ਸਰਦੀ ਹੈ, ਕਹਿਰ ਦੀ ਸਰਦੀ ਹੈ, ਚਾਰੋਂ ਪਾਸੇ ਹਵਾ ਵਗਦੀ ਹੈ। ਬਸਤਰ ਵੀ ਕੈਸੇ ਪਾਏ, ਝੱਗੀ ਜੀ ਪਾਈ ਹੋਈ ਸੀ ਬਸ, ਨੀਲੇ ਬਸਤਰ ਇਹਨਾਂ ਸਾਹਿਬਜ਼ਾਦਿਆਂ ਦੇ। ਮਾਤਾ ਗੋਜਰੀ ਜੀ ਨਾਲ ਲਾਲ ਛਾਤੀ ਨਾਲ ਲੱਗੇ ਹੋਏ ਦਾਦੀ ਦੀ ਨਿਗ ਲੈ ਰਹੇ ਹਨ। ਤੇ ਉੱਥੇ ਫਿਰ ਇਹਨਾਂ ਨੂੰ ਖਾਲਸਾ ਜੀਓ ਪਿੱਪਲ ਨਾਲ ਬੰਨ ਕੇ, ਪੀਪਲੇ ਬਾਂਧ ਗਲੇਲੇ ਹਮਾਰੇ, ਛਮਕੀਆਂ ਮਾਰੇ ਗਿਆ। ਦਿਖਦੇ ਦੋਨਾ ਸਿੰਘ ਹੰਡੂਰੀਆ, ਛਮਕੀ ਹੁੰਦੀ ਤੂਤ ਦੀ ਛੜੀ ਹੁੰਦੀ ਖਾਲਸਾ ਜੀ। ਉਹ ਪਿੰਡੇ 'ਚ ਕੱਪੜੇ ਲਾਹ ਕੇ ਨਾ ਉੱਥੇ ਜੋ ਮਾਰੀ ਜਾ ਰਹੀ ਸਰਦੀ ਦੇ ਦਿਨਾਂ ਵਿੱਚ, ਕਿੰਨੀਆਂ ਲਾਸ਼ਾਂ ਪੈ ਗਈਆਂ ਖਾਲਸਾ ਜੀ। ਤੇ ਇਹਨਾਂ ਦੇ ਇਹ ਉਂਗਲਾਂ ਵਿੱਚ ਵੀ ਖਾਲਸਾ ਉੱਥੇ ਵੀ ਬੜਾ ਵਾਰ ਕੀਤਾ ਗਿਆ। ਤੇ ਇੱਕ ਗਲੇਲ ਦਾ ਨਿਸ਼ਾਨਾ ਮਾਰਿਆ ਗਿਆ ਇਹਨਾਂ ਦੀ ਅੱਖਾਂ ਵਿੱਚ। ਫਤਿਹ ਸਿੰਘ ਦੀ ਅੱਖ ਵਿੱਚ ਗਲੇਲ ਦਾ ਨਿਸ਼ਾਨਾ ਵੱਜਿਆ। ਜ਼ੋਰਾਵਰ ਸਿੰਘ ਕਹਿਣ ਲੱਗੇ, ਕਿਉਂ ਫਤਿਹ ਸਿੰਘ ਰੋਣਾ ਹੈ? ਫਤਿਹ ਸਿੰਘ ਕਹਿਣ ਲੱਗੇ, ਨਾ ਵੀਰ ਜੀ ਰੋਂਦਾ ਨਹੀਂ,
ਇਹ ਤਾਂ ਪਿਆਰ ਦੇ ਹੰਝੂ ਹਨ, ਇਹ ਸ਼ਹੀਦੀ ਦੇ ਹੰਝੂ ਹਨ। ਹੁਣ ਤਾਂ ਭਾਵਨਾ ਐਸੀ ਹੈ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਆਪਣੇ ਵੱਲੋਂ ਪੂਰੇ ਤਸੀਹੇ ਦਿੱਤੇ ਗਏ ਬੱਚਿਆਂ ਨੂੰ, ਡਰਾਇਆ ਵੀ ਗਿਆ, ਧਮਕਾਇਆ ਵੀ ਗਿਆ, ਲਾਲਚ ਵੀ ਮਿਲੇ ਕਿ ਬੱਚਿਓ ਤੁਹਾਨੂੰ ਉੱਚੇ ਅਹੁਦੇ ਦੇਵਾਂਗੇ, ਤੁਹਾਨੂੰ ਪੜ੍ਹਾਵਾਂ ਲਿਖਾਵਾਂਗੇ, ਤੁਹਾਨੂੰ ਬਾਦਸ਼ਾਹ ਆਪਣੇ ਕੋਲ ਰੱਖੇਗਾ, ਤੁਹਾਡੀ ਸਾਰੀ ਪਰਵਰਿਸ਼ ਉਹ ਆਪ ਕਰੇਗਾ। ਤੇ ਉੱਥੇ ਹੀ ਸੁੱਚਾ ਆਨੰਦ ਹੈ। ਭਾਵੇਂ ਕੁਝ ਸਮੇਂ ਲਈ ਵਜ਼ੀਰ ਖਾਨ ਥੋੜਾ ਜਿਹਾ ਨੀਵਾ ਵੀ ਹੋ ਗਿਆ ਸੀ, ਕਿਉਂਕਿ ਵਜ਼ੀਰ ਖਾਨ ਦੇ ਘਰ ਜਿਹੜੀ ਬੇਗਮ ਸੀ ਨਾ, ਇਹ ਲਿਖਦੇ ਭਾਈ ਵੀਰ ਸਿੰਘ ਜੀ, ਇਹਦੀ ਬੇਗਮ ਸੀ ਬਿਲਾਸਪੁਰ ਦੀ ਰਹਿਣ ਵਾਲੀ। ਜਦੋਂ ਬੱਚੀ ਸੀ, ਛੋਟੀ ਸੀ, ਇਹ ਆਪਣੀ ਮਾਂ ਨਾਲ ਆਂਦੀ ਸੀ ਅਨੰਦਪੁਰ ਸਾਹਿਬ ਸੇਵਾ ਕਰਨ ਵਾਸਤੇ। ਉਦੋਂ ਬੱਚਿਆਂ ਦੀ ਸਾਹਿਬਜ਼ਾਦੇ ਦੀ ਸੇਵਾ ਕਰਦੀ ਸੀ। ਵੱਡੀ ਹੋਈ, ਇਹਦਾ ਨਿਕਾਹ ਹੋਇਆ, ਬਹੁਤ ਸੁੰਦਰ ਸੀ ਇਹ ਨਿਕਾਹ ਵੀ, ਵਿਆਹ ਵੀ ਹੋਇਆ ਇਹਦਾ ਸਰਹੰਦ ਵੀ ਧਰਤੀ ਤੇ, ਉੱਥੇ ਇਹਦੇ ਸਹੁਰੇ ਸੀ। ਅਜੇ ਪਹਿਲੇ ਦਿਨ ਡੋਲਾ ਜਾ ਰਿਹਾ ਇਹਦਾ, ਤੇ ਪਤਾ ਲੱਗ ਗਿਆ ਵਜ਼ੀਰ ਖਾਨ ਨੂੰ ਕਿ ਬਹੁਤ ਸੁੰਦਰ ਹੈ। ਇਹ ਆਪ ਹੀ ਉਹਨੂੰ ਆਪਣੇ ਘਰ ਲੈ ਆਇਆ, ਕਿ ਮੇਰੇ ਘਰ ਚੁੱਕ ਕੇ ਲੈ ਕੇ ਆਇਆ ਕਿ ਮੇਰੇ ਘਰ ਆਓ। ਸਹੁਰੇ ਘਰ ਨਹੀਂ ਪਹੁੰਚੀ ਆਪਣੇ, ਪਰ ਬੇਵੱਸ ਹੋਈ ਇਸ ਲੜਕੀ ਨੇ ਅਖੀਰ ਤੇ ਉਹਦੀ ਈਨ ਮੰਨ ਲਈ। ਹੁਣ ਕਰੇ ਕੀ, ਇਲਾਕੇ ਦਾ ਮਾਲਕ ਹੈ ਤੇ ਇਹਦੇ ਘਰ ਰਹਿੰਦੀ ਰਹੀ। ਜਦੋਂ ਬੱਚਿਆਂ ਨੂੰ ਸ਼ਹੀਦ ਹੋਣ ਲਈ ਆ ਖਾਲਸਾ ਪੂਰਾ ਜ਼ੋਰ ਲਾਇਆ ਗਿਆ, ਇਹਨੇ ਆਖਿਆ ਵਜ਼ੀਰ ਖਾਂ ਜੀ ਇਹ ਨਾ ਕਰੋ, ਇਹ ਪਾਪ ਹੈ। ਮੈਂ ਜਾਣਦੀ ਹਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਲਖਤੇ ਜ਼ਿਗਰ ਇਹ ਬਿਲਕੁਲ ਨਿਰਦੋਸ਼ ਹਨ, ਪਰ ਇਸ ਵਜ਼ੀਰ ਖਾਨ ਦਾ ਜਦੋਂ ਪਾਪ ਹੀ ਇਤਨਾ ਵੱਧ ਗਿਆ, ਇਹਨੇ ਇੱਕ ਨਹੀਂ ਮੰਨੀ ਖਾਲਸਾ ਜੀ। ਉਹ ਵੀ ਉੱਤੋਂ ਛਾਲ ਮਾਰ ਕੇ ਮਰ ਗਈ ਸੀ ਖਾਲਸਾ ਜੀ। ਅੱਜ ਦੇ ਦਿਨ ਹੀ ਖਾਲਸਾ ਜੀ ਪਤਾ ਲੱਗਿਆ ਵੀ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ, ਅੱਜ ਦੇ ਦਿਨ ਉਹ ਵੀ ਆਪਣੀ ਜਾਨ ਦੇ ਗਏ ਸੀ। ਭਾਵ ਜਿਨ੍ਹਾਂ ਨੂੰ ਪਿਆਰ ਸੀ ਇਹਨਾਂ ਸਾਹਿਬਜ਼ਾਦਿਆਂ ਨਾਲ, ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਸਨ, ਇਨਸਾਨ ਸਨ, ਉਹਨਾਂ ਦੇ ਅੱਖਾਂ ਚੋਂ ਹੰਝੂ ਵਗੇ ਖਾਲਸਾ ਜੀ। ਉਹ ਤੇ ਸੁੱਚਾ ਆਨੰਦ ਹੈ ਖੱਤਰੀ, ਇਹ ਵੈਰੀ ਕਿਉਂ ਬਣਿਆ ਗੁਰੂ ਘਰ ਦਾ? ਇਹਦੀ ਬੇਟੀ ਸੀ ਲਗਭਗ 12-13 ਸਾਲ ਦੀ, ਤੇ ਇਧਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਲਗੀਧਰ ਪਾਤਸ਼ਾਹ ਦੇ ਲਖਤੇ ਜ਼ਿਗਰ, ਉਮਰ ਇਹਨਾਂ ਦੀ 15-16 ਸਾਲ ਦੀ ਹੈ ਲਗਭਗ। ਸੁੱਚੇ ਆਨੰਦ ਦੀ ਬੇਟੀ ਦਾ ਰਿਸ਼ਤਾ ਆਇਆ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਲਈ। ਪਾਤਸ਼ਾਹ ਜਾਣਦੇ ਹਨ ਕਿ ਇਹਨਾਂ ਦੇ ਵਿਆਹ ਕਿੱਥੇ ਹੋ ਰਹੀ ਹੋਣੇ ਹਨ। ਅੱਖੋ ਸੱਤਾ, ਇਹਨਾਂ ਚਾਰਾਂ ਦੇ ਵਿਆਹ ਕਿੱਥੇ ਹੋਣੇ, ਉਹਦਾ ਵੀ ਜ਼ਿਕਰ ਆਉਂਦਾ ਇਤਿਹਾਸ ਵਿੱਚ। ਇੱਕ ਦਿਨ ਮਾਤਾ ਜੀਤੋ ਜੀ ਕਲਗੀਧਰ ਪਾਤਸ਼ਾਹ ਦੇ ਮਹਿਲ ਆਖਣ ਲੱਗੇ ਵੀ ਪਾਤਸ਼ਾਹ ਜੀ, ਗੁਰੂ ਜੀ, ਆਪਣੇ ਸਾਹਿਬਜ਼ਾਦੇ ਵੱਡੇ ਹੋ ਰਹੇ ਹਨ, ਇਹਨਾਂ ਦੇ ਵਿਆਹ ਕਰਨੇ ਹਨ, ਕੋਈ ਰਿਸ਼ਤੇ ਕਰੀਏ? ਪਾਤਸ਼ਾਹ ਕਹਿੰਦੇ ਨਹੀਂ ਜੀਤੋ, ਰਿਸ਼ਤੇ ਹੋ ਗਏ ਹਨ ਇਹਨਾਂ ਦੇ। ਮਾਂ ਕਹਿਣ ਲੱਗੀ ਮਹਾਰਾਜ ਮੈਨੂੰ ਪਤਾ ਨਹੀਂ। ਮਾਂ ਨੂੰ ਪਤਾ ਰਿਸ਼ਤੇ ਹੋ ਗਏ, ਕਿੱਥੇ ਰਿਸ਼ਤੇ ਹੋਏ? ਪਾਤਸ਼ਾਹ ਕਹਿਣ ਲੱਗੇ ਕਿ ਦੋਵੇਂ ਵੱਡਿਆਂ ਦੇ ਰਿਸ਼ਤੇ ਹੋਏ ਚਮਕੌਰ ਦੇ ਮੈਦਾਨ ਵਿੱਚ। ਚਮਕੌਰ ਦੀ ਗੜੀ ਤੋਂ ਬਰਾਤ ਜਾਵੇਗੀ ਮੈਦਾਨ ਵੱਲ, 40 ਸਿੰਘ ਨਾਲ ਹੋਣਗੇ ਤੇ ਮੈਂ ਇਕੱਲਾ ਨਾਲ ਹੋਵਾਂਗਾ, ਇਹਨਾਂ ਤੁਸੀਂ ਨਾਲ ਨਹੀਂ। ਹੋਰ ਕੋਈ ਨਾਲ ਨਹੀਂ ਹੋਵੇਗਾ, ਨਾ ਦਾਦੀ, ਨਾ ਮਾਂ, ਨਾ ਹੋਰ ਕੋਈ। ਉੱਥੇ ਇਹ ਲਾੜੀ ਮੌਤ ਨੂੰ ਵਿਆਹਣਗੇ। ਉੱਥੇ ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਪੁਰਜਾ ਕੱਟ ਮਰੈ, ਪੁਰਜਾ ਕੱਟ ਮਰੈ,
ਪੁਰਜਾ ਪੁਰਜਾ ਕਟ ਮਰੈ। ਕਬਹੁ ਨਾ ਛਾਡੈ ਖੇਤ, ਕਬਹੁ ਨਾ ਛਾਡੈ ਖੇਤ। ਨਾ ਛਾਡੈ ਖੇਤ ਕਬਹੁ ਨਾ ਛਾਡੈ ਖੇਤ। ਤੇਰੇ ਦੋ ਲਖਤੇ ਜ਼ਿਕਰ, ਦੋ ਫਰਜ਼ੰਦ, ਦੋ ਪਿਆਰੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਣਗੇ ਚਮਕੌਰ ਦੇ ਮੈਦਾਨ ਵਿੱਚ। ਉੱਥੇ ਲਾੜੀ ਮੌਤ ਨੂੰ ਵਿਆਹਣਗੇ। ਇਹ ਅਸਲ ਵਿਆਹ ਹੈ ਖਾਲਸਾ ਜੀ। ਤੇ ਹੋਰ ਸੁਣੋ, ਪਾਤਸ਼ਾਹ ਕਹਿਣ ਲੱਗੇ ਜੀਤੋ ਤੇਰੇ ਛੋਟੇ ਦੋ ਫਰਜ਼ੰਦ, ਦੋ ਨਿੱਕੀਆਂ ਜਿੰਦਾਂ, ਦੋ ਪਿਆਰੇ, ਦੋ ਤਾਤ, ਇਹਨਾਂ ਦੀ ਬਰਾਤ ਵਿੱਚ ਕੱਲੀ ਮਾਤਾ ਗੁਜਰੀ ਜਾਵੇਗੀ, ਬਸ ਹੋਰ ਕੋਈ ਨਹੀਂ ਜਾਵੇਗਾ। ਸਰਹੰਦ ਦੀ ਧਰਤੀ ਤੇ ਨੀਹਾਂ ਵਿਖੇ ਇਹੀ ਚਿਣ ਜਾਣਗੇ। ਉੱਥੇ ਇਹਨਾਂ ਦਾ ਵਿਆਹ ਹੋਵੇਗਾ ਲਾੜੀ ਮੌਤ ਨਾਲ। ਉੱਥੇ ਲਾਵਾਂ ਹੋਣਗੀਆਂ ਹਰ ਪਹਿਲੜੀ ਲਾ, ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾ ਪਹਿਲੀ, ਆਰੰਭ ਕਾਜ ਰਚਾਇਆ। ਹਰ ਦੂਜੜੀ ਲਾਭ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਹਾ ਭਰਪੂਰੇ। ਐਸੇ ਦੋਵਾਂ ਦੇ ਵਿਆਹ ਹੋਣਗੇ। ਮਾਤਾ ਜੀਤੋ ਜੀ ਕਹਿਣ ਲੱਗੇ ਮਹਾਰਾਜ ਮੇਰੇ ਤੋਂ ਦਿਖਾਓ ਤਾਂ ਸਹੀ ਕੈਸੇ ਵਿਆਹ। ਪਾਤਸ਼ਾਹ ਨੇ ਕਿਰਪਾ ਕਰਕੇ ਵਿਖਾਏ, ਦੋਵਾਂ ਦੀ ਸ਼ਹੀਦੀਆਂ ਹੋ ਰਹੀਆਂ। ਤੇ ਮਾਤਾ ਜੀ ਕਹਿੰਦੇ ਪਾਤਸ਼ਾਹ ਮੇਰੇ ਤੋਂ ਵੇਖਿਆ ਨਹੀਂ ਜਾਣਾ। ਅਜੇ ਸਾਹਿਬਜ਼ਾਦਾ ਲਗਭਗ 3 ਸਾਲ ਦੇ ਸਨ ਉਦੋਂ, 1701 ਵਿੱਚ, ਉਦੋਂ ਦੀ ਘਟਨਾ ਹੈ। ਮਾਤਾ ਕਹਿਣ ਲੱਗੇ ਮਹਾਰਾਜ ਇਤਨੀ ਛੋਟੀ ਉਮਰ ਵਿੱਚ ਸ਼ਹੀਦੀ। ਪਾਤਸ਼ਾਹ ਕਹਿੰਦੇ ਹਾਂ ਇਹੀ ਹੋਵੇਗਾ। ਤੇ ਤਾਂ ਹੀ ਕਲਗੀਧਰ ਪਾਤਸ਼ਾਹ ਨੇ ਉਹ ਰਿਸ਼ਤਾ ਨਹੀਂ ਕਬੂਲ ਕੀਤਾ। ਦੂਜਾ ਸੁੱਚਾ ਆਨੰਦ, ਇਹ ਹੈ ਖਾਲਸਾ ਜੀ ਝੂਠਾ ਆਨੰਦ। ਇਹਨੂੰ ਝੂਠਾ ਆਨੰਦ ਦੇਖਿਆ ਇਤਿਹਾਸ ਵਿੱਚ। ਝੂਠਾ ਆਨੰਦ ਇਹ ਤਾਂ ਦੂਜੇ ਦੀ ਨੌਕਰੀ ਕਰਨ ਵਾਲਾ, ਭਾਵ ਤੁਰਕਾਂ ਦੇ ਅਧੀਨ ਹੈ, ਉਹਨਾਂ ਦੀ ਬੋਲੀ ਬੋਲਣ ਵਾਲਾ। ਜਿਵੇਂ ਖਾਲਸਾ 6ਵੇਂ ਪਾਤਸ਼ਾਹ ਵੇਲੇ ਚੰਦੂ ਸੀ ਨਾ, ਇਸੇ ਤਰ੍ਹਾਂ ਇਹ ਸੀ। ਸੇਮ ਉਹੀ ਘਟਨਾ ਵਾਪਰੀ। ਤੇ ਪਾਤਸ਼ਾਹ ਨੇ ਉਹ ਰਿਸ਼ਤਾ ਨਹੀਂ ਕਬੂਲ ਕੀਤਾ। ਬੰਦਾ ਝੂਠਾ ਹੈ, ਪਾਪੀ ਹੈ, ਅਹੰਕਾਰੀ ਹੈ ਕਿ ਮੈਂ ਖਾਸ ਬੰਦਾ ਹਾਂ ਇਸ ਵਜ਼ੀਰ ਖਾਂ ਦਾ। ਉਹ ਈਰਖਾ ਰੱਖੀ ਨੇ ਮਨ ਵਿੱਚ, ਭਾਵੇਂ ਸਾਰੀ ਕਚਹਿਰੀ ਉਹ ਆਖਣ ਲੱਗੇ ਚਲੋ ਬੱਚੇ ਛੱਡ ਦੇਵਾਂਗੇ, ਪਰ ਇਹਨੇ ਬਾਰ-ਬਾਰ ਭੜਕਾਇਆ। ਇਹ ਕਹਿਣ ਲੱਗਾ ਸੂਬਾ ਸਰਹੰਦ ਵਜ਼ੀਰ ਖਾਂ ਜੀ, ਇਹ ਜੰਮਦੀਆਂ 16 ਦੇ ਅਜੇ ਵੀ ਮੂੰਹ ਭੰਨ ਦੋ। ਇਹ ਸੱਪ ਦੇ ਬੱਚੇ ਹਨ, ਸਪੋਲੀਏ ਹਨ। ਸੱਪ ਨੂੰ ਕਾਬੂ ਕਰਨਾ ਸੌਖਾ ਹੁੰਦਾ ਹੈ, ਗਾਲੂ ਮੰਤਰ ਦੁਆਰਾ ਸੱਪ ਨੂੰ ਕਾਬੂ ਕਰ ਲੋਗੇ, ਪਰ ਸਪੋਲੀਏ ਲਈ ਕੋਈ ਮੰਤਰ ਨਹੀਂ ਬਣਿਆ। ਅਜੇ ਸਮਾਂ ਇਹਨਾਂ ਦੇ 16 ਦੇ ਮੂੰਹ ਭੰਨ ਦੋ। ਇਹਨੇ ਭੜਕਾਇਆ ਚੰਗੀ ਤਰ੍ਹਾਂ ਖਾਲਸਾ ਜੀ। ਪਹਿਲਾਂ ਹੀ ਉਹ ਸੜਦਾ ਬਲਦਾ ਪਿਆ ਸੀ ਵਜ਼ੀਰ ਖਾਂ, ਤੇ ਇਸ ਤਰ੍ਹਾਂ ਭੜਕਾ ਕੇ ਅਖੀਰ ਤੇ ਖਾਲਸਾ ਜੀਓ ਸੂਬਾ ਸਰਹੰਦ ਵਜ਼ੀਰ ਖਾਂ ਨੇ ਐਲਾਨ ਕੀਤਾ ਵੀ ਕੋਈ ਬੱਚਿਆਂ ਨੂੰ ਮਾਰੇਗਾ, ਕਿਹੜਾ ਸ਼ਹੀਦ ਕਰੇਗਾ। ਦਰਬਾਰ ਵਿੱਚ ਚਾਰੋਂ ਪਾਸੇ ਦੇ ਬੰਦੇ ਬੈਠੇ ਸਨ। ਇਸ ਪਾਸੇ ਵੱਲ ਬੈਠਾ ਸੀ
शेर मुहम्मद खां ਉਹਦੇ ਵੱਲ ਨਿਗਾਹ ਕੀਤੀ, ਕਿਉਂ ਸ਼ੇਰ ਮੁਹੰਮਦ ਖਾਂ, ਤੂੰ ਬੱਚਿਆਂ ਨੂੰ ਲੈ ਜਾ, ਮਾਰ ਦੇ ਤੇ ਬਦਲਾ ਲੈ ਆਪਣੇ ਭਰਾਵਾਂ ਦਾ। ਤੇਰਾ ਭਰਾ ਨਾਹਰ ਖਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਰਿਆ ਹੈ। ਜ਼ਫਰਨਾਮੇ 'ਚ ਪਾਤਸ਼ਾਹ ਬਿਆਨ ਕਰਦੇ ਕਿ ਨਾਹਰ ਖਾਂ ਬੜਾ ਵੱਡਾ ਯੋਧਾ ਸੀ। ਪਾਤਸ਼ਾਹ ਨੇ ਆਖਿਆ, ਔਰੰਗਜ਼ੇਬ ਤੇਰੇ ਦੋ ਯੋਧੇ ਆਏ, ਨਾਹਰ ਖਾਂ ਤੇ ਅਫਗਾਨ, ਪਰ ਦੋਵਾਂ ਯੋਧਿਆਂ ਨੇ ਵਾਰ ਕੀਤਾ ਤੇ ਬੜੇ ਠੰਮੇ ਨਾਲ ਵਾਰ ਕੀਤੇ, ਵਾਰ ਖਾਏ ਵੀ ਉਹਨਾਂ ਨੇ, ਤੇ ਤੀਰ ਦੋਵਾਂ ਨੂੰ ਮਹਾਰਾਜ ਨੇ ਮਾਰਿਆ। ਬਿਆਮਤ ਬਜੰਗ, ਪਾਤਸ਼ਾਹ ਕਹਿੰਦੇ ਜੰਗ ਦੇ ਮੈਦਾਨ ਵਿੱਚ ਆਇਆ ਨਾਹਰ ਖਾਂ, ਪਰ ਤੀਰ ਖਾ ਕੇ ਉਹ ਵੀ ਟਹਿਟੇਰੀ ਹੋ ਗਿਆ। ਕਿ ਤੇਰਾ ਅਫਗਾਨ, ਉਹਨੇ ਬੜੇ ਵਾਰ ਕੀਤੇ, ਕੁਝ ਹੋਸ਼ਕੀ ਨਾਲ, ਕੁਝ ਦੀਵਾਨਗੀ ਨਾਲ, ਪਰ ਅਖੀਰ ਤੇ ਉਹ ਵੀ ਆਪਣੀ ਜਾਨ ਦੇ ਗਿਆ। ਤੀਜਾ ਤੇਰਾ ਯੋਧਾ ਕਮਾਂਡਰ ਇਨ ਚੀਫ ਸੀ ਖਾਲਸਾ ਜੀ, ਜਿਹੜਾ ਮਹਿਮੂਦ ਅਲੀ, ਜਿਹਨੂੰ ਪਾਤਸ਼ਾਹ ਕਹਿੰਦੇ ਮਰਦੂਦ, ਕਿ ਆਂਖ ਵਾਜਾ ਮਰਦੂਦ ਛਾਇਆ ਦੀਵਾਰ, ਉਹ ਦੀਵਾਰ ਦੇ ਓਲੇ ਰਿਹਾ, ਵੱਡਾ ਕਮਾਂਡਰ ਇਨ ਚੀਫ ਬਣ ਕੇ ਆਇਆ, ਪਰ ਨਿਕਲਿਆ ਕਾਇਰ ਡਰਪੋਕ। ਦਰੇਗਾ ਅਗਰ ਰੂਏ ਉਹ ਦੀਦ ਮੇ ਬਯਕਤੀ ਲਲਾਚਾਰ ਬਖਸ਼ੀਦ ਮੇ, ਤੇ ਮੇਰੇ ਸਾਹਮਣੇ ਆ ਜਾਂਦਾ ਤੇ ਇੱਕ ਤੀਰ ਮੈਂ ਉਹਨੂੰ ਚੁਕਾ ਦਿੰਦਾ। ਕਿ ਪਾਤਸ਼ਾਹ ਕਹਿੰਦੇ ਤੇਰਾ ਇਹ ਨਾਹਰ ਖਾਂ ਨਿਕਲਿਆ ਯੋਧਾ, ਪਰ ਯੋਧੇ ਨੂੰ ਮੈਂ ਝਟਕਾਇਆ। ਤੇ ਉਸ ਗੱਲ ਨੂੰ ਵਜ਼ੀਰ ਖਾਂ ਦੁਹਰਾ ਰਿਹਾ ਹੈ ਕਿ ਤੇਰੇ ਭਰਾ ਨੂੰ ਮਾਰਿਆ ਹੈ ਕਲਗੀਧਰ ਪਿਤਾ ਨੇ, ਪਾਤਸ਼ਾਹ ਨੇ, ਤੂੰ ਮਾਰ ਕੇ ਇਹਨਾਂ ਬੱਚਿਆਂ ਨੂੰ ਬਦਲਾ ਲੈ ਆਪਣੇ ਭਰਾਵਾਂ ਦਾ। ਸ਼ੇਰ ਮੁਹੰਮਦ ਖਾਂ ਕਹਿਣ ਲੱਗਾ, ਵਜ਼ੀਰ ਖਾਂ ਇਹ ਸ਼ਰ੍ਹਾ ਨਹੀਂ ਆਖਦੀ ਕਿ ਕਿਸੇ ਬੱਚੇ ਤੇ ਵਾਰ ਕੀਤਾ ਜਾਵੇ। ਸ਼ੀਰਖੋਰ ਬਾਲਕ, ਸ਼ੀਰਖੋਰ ਦਾ ਅਰਥ ਹੈ ਦੁੱਧ ਪੀਂਦੇ ਬੱਚੇ, ਉਮਰ ਛੋਟੀ ਹੈ, ਦੁੱਧ ਪੀਂਦੇ ਬੱਚੇ, ਇਹਨਾਂ ਬੱਚਿਆਂ ਨੂੰ ਮਾਰਨਾ ਸਾਡੀ ਸ਼ਰ੍ਹਾ ਇਹਦੇ ਵਿਰੁੱਧ ਹੈ। ਬਜ਼ੁਰਗ ਨੂੰ ਮਾਰਨਾ ਸ਼ਰ੍ਹਾ ਦੇ ਵਿਰੁੱਧ ਹੈ, ਇਸਤਰੀ ਨੂੰ ਮਾਰਨਾ ਸ਼ਰ੍ਹਾ ਦੇ ਵਿਰੁੱਧ ਹੈ। ਮੈਂ ਨਹੀਂ ਮਾਰਾਂਗਾ, ਹਾਂ ਜੇ ਬਦਲਾ ਹੀ ਲੈਣਾ ਹੈ ਤੇ ਮੈਂ ਲਵਾਂਗਾ ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਪਿਤਾ ਤੋਂ। ਉਹਨੇ ਬਦਲਾ ਬਾਅਦ ਵਿੱਚ ਲਿਆ ਪੂਰਾ, ਭਾਵੇਂ ਬੰਦਾ ਸਿੰਘ ਬਹਾਦਰ ਨਾਲ ਯੁੱਧ ਕਰਨ ਵਾਸਤੇ ਆਇਆ ਖਾਲਸਾ ਜੀ, ਪਰ ਉੱਥੇ ਆਪ ਮਾਰਿਆ ਗਿਆ। ਜੰਗ ਲਈ ਉਹਨੇ ਪੂਰਾ ਵੈਰ ਕੀਤਾ। ਉਹਨੇ ਅਖੀਰ ਤੇ ਜੋਗੀ ਅੱਲਾ ਯਾਰ ਖਾਂ, ਆਖੋ ਸਤਨਾਮ, ਜੋਗੀ ਅੱਲਾ ਯਾਰ ਖਾਨ ਨੇ ਜਿਹੜੀ ਦੋ ਕਿਤਾਬਾਂ ਲਿਖੀਆਂ ਨਾ, ਦੋ ਬੜੀ ਪ੍ਰਸਿੱਧ, ਗੰਜੇ ਸ਼ਹੀਦਾਂ ਤੇ ਸ਼ਹੀਦਾਨੇ ਵਫਾ, ਲਗਭਗ 1908-9 ਦੇ ਨੇੜੇ ਚਮਕੌਰ ਸਾਹਿਬ ਦੇ ਕੁਝ ਪਿਆਰੇ ਇਕੱਠੇ ਹੋ ਕੇ ਜੋਗੀ ਅੱਲਾ ਯਾਰ ਖਾਨ ਦੇ ਕੋਲ ਗਏ। ਜੋਗੀ ਜੀ ਤੁਸੀਂ ਚੰਗੇ ਕਵੀ ਹੋ, ਤੁਸੀਂ ਹੋਰ ਬਹੁਤ ਕੁਝ ਲਿਖਦੇ ਹੋ ਤੇ ਚਮਕੌਰ ਦਾ ਸਾਕਾ ਵੀ ਲਿਖੋ। ਉਹ ਕਹਿਣ ਲੱਗਾ, ਅਜੇ ਕੁਝ ਸਮਾਂ ਰੁਕੋ, ਮੈਂ ਪਹਿਲੇ ਵੇਖਾਂਗਾ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਕਲਗੀਧਰ ਪਾਤਸ਼ਾਹ ਨਿਕਲ ਕੇ ਗਏ। ਉਸ ਧਰਤੀ ਤੇ ਆਇਆ, ਪਹਿਲਾਂ ਉਹਨੇ ਮੱਥਾ ਟੇਕਿਆ ਚਮਕੌਰ ਸਾਹਿਬ ਆ ਕੇ। ਜਿਸ ਕਦਮਾਂ ਰਾਹੀਂ ਕਲਗੀਧਰ ਪਾਤਸ਼ਾਹ ਆਏ ਨਾ, ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ 1 ਸਾਲ ਤੱਕ ਉਹਨੇ ਪੂਰਾ ਕਹਿ ਲੋ ਚੱਕਰ ਕੱਟੇ, ਕਰਦਾ ਰਿਹਾ। ਜਿੱਥੇ ਸਰਸਾ ਆਈ ਨਾ, ਉੱਥੇ ਰੁਕ ਜਾਂਦਾ ਸੀ। ਪੁੱਛਦਾ ਸਰਸਾ ਨੂੰ, ਐ ਸਰਸਾ ਦੱਸ, ਮੇਰੇ ਪਿਆਰੇ ਦੀ ਕੋਈ ਘਟਨਾ ਸੁਣਾ, ਸਾਖੀ ਸੁਣਾ ਮੇਰੇ ਪਿਆਰੇ ਦੀ। ਉੱਥੇ ਪੁੱਛਦਾ ਸਰਸਾ ਨੂੰ। ਸਰਸਾ ਨੇ ਆਵਾਜ਼ ਦਿੱਤੀ, ਇੱਧਰ ਚੱਲ, ਪਹਿਲਾਂ ਜਿੱਥੇ ਵਿਛੋੜਾ ਪਿਆ ਉਧਰ ਸਰਸਾ ਦੇ, ਕਹਿ ਲੋ ਜਿੱਥੇ ਛੋਟੇ ਸਾਹਿਬਜ਼ਾਦੇ ਗਏ ਨਾ, ਉਸ ਪਾਸੇ ਵੱਲ ਹੋ ਗਿਆ। ਕਦਮ ਕਦਮ ਉੱਥੇ ਜਾਂਦਾ ਰਿਹਾ ਖਾਲਸਾ ਜੀ। ਕਿੱਥੋਂ ਫਿਰ ਖੇੜੀ, ਮੋਰਿੰਡਾ, ਫਿਰ ਸਰਹੰਦ ਆ ਗਿਆ।
ਇੱਥੇ ਉਹਨੇ ਕਦਮਾਂ ਕਦਮਾਂ ਠੰਡਾ ਬੁਰਜ ਵੇਖਿਆ, ਕਚਹਿਰੀ ਵੇਖੀ, ਸਭ ਕੁਛ ਵੇਖਿਆ। ਉਦੋਂ ਕਚਹਿਰੀ ਤਾਂ ਟੈ ਟੇਰੀ ਹੋ ਗਈ ਸਭ ਕੁਛ, ਪਰ ਉਹਨਾਂ ਸਥਾਨਾਂ ਤੇ ਚੰਗੀ ਤਰ੍ਹਾਂ ਉਹਨੇ ਬੈਠ ਬੈਠ ਕੇ ਕਦਮ ਕਦਮ ਤੇ ਨਿਰਣਾ ਕੀਤਾ ਵੀ ਪਾਤਸ਼ਾਹ ਦੇ ਦਰਸ਼ਨ ਹੁੰਦੇ ਰਹੇ। ਇਸ ਤਰ੍ਹਾਂ ਪਾਣਾ ਵਾਪਰਿਆ। ਫਿਰ ਉਹਨੇ ਪਹਿਲੀ ਕਿਤਾਬ ਲਿਖੀ 1914 ਵਿੱਚ, ਸ਼ਹੀਦਾਨੇ ਵਫਾ। ਚਮਕੌਰ ਸਾਹਿਬ ਨੂੰ ਛੱਡਤਾ ਉਹਨੇ, ਕਹਿੰਦਾ ਪਹਿਲਾਂ ਮੈਂ ਇਹ ਲਿਖਾਂ। ਇਹ ਦਰਦਨਾਕ ਸਾਕਾ ਹੈ, ਇਹ ਨਿੱਕੀਆਂ ਜਿੰਦਾਂ ਵੱਡੇ ਸਾਕੇ, ਇਹ ਬੁਲੰਦ ਹੌਸਲੇ ਵਾਲੇ ਹਨ। ਫਿਰ ਉਹਨੇ ਬਾਅਦ ਵਿੱਚ ਉਹ ਲਿਖਿਆ ਖਾਲਸਾ ਜੀ, ਉਹ ਜੋਗੀ ਅੱਲਾ ਯਾਰ ਖਾਂ ਦਾ ਉਹ ਤੇ ਜ਼ਿਕਰ ਆਉਂਦਾ ਹੈ। ਸ਼ੇਰ ਮੁਹੰਮਦ ਖਾਂ ਕਹਿੰਦਾ कि खुदा हमें महफूज रखे ऐसे पाप से, खुदा हमें महफूज रखे ऐसे पाप से, सानू खुदा बचावे इस तरह के पाप तो। बच्चियां नू मारना मैं नहीं मारांगा, वो हाँ दा नारा मार के उत्थे चला गया खालसा जी। किसी ने कल हक विच भाव ये नहीं आख्या कि मैं मारांगा बच्चियां नू, मैं मारांगा। सारे सब दी अखां नेवियां हो गई। पिछे और दो बंदे खड़े सन, जिहदा नाम सी शाशल बेग अते बाशल बेग। कुदरती तौर ते इस समाणे दे रहण वाले सन जलाद, इस सरहंद आए सन। इन्हां दा कोई केस चलदा सी, सरहंद इन्हां दी पेशी हुंदी सी। इन्हां वल जदों निगाह मारी ते सूबा सरहंद वजीर खां कहन लगा, क्यों शाशल बेग बाशल बेग तुसी मारोगे बच्चियां नू? तुहाडा केस रफा दफा कर देवांगे, तुहानू बरी कर देवांगे। ते इन्हां जलादा ने फिर खालसा बच्चियां नू शहीद करन लई मन लिया। ते अज दा समा है, शायद होवेगा 11-12 दे विचकार, क्योंकि कचहरी लगती 10-11 बजे। उस समय के विचकार नीहा चिड़ियां शुरू हो गया। फतवा देने वाला कौन सी? काजी। काजी कौन होंदे सन? अजकल दे जज के बराबर जज सी। काजी ने अपनी किताब कढ़ी, 2-4 फरके इधर मारे झूठ ही बोलना से ने। उत्थे की लिखिया सी? 2-4 वर्के इधर फरोले कहंदा जी ये बच्चे इस्लाम दे विरुद्ध जा रहे हैं, ये काफर हैं, ते इन्हां बच्चियां नूं नीहां विखे चिण के मारिया जावे, शहीद किया जावे। ये फतवा दे काजी पिछे हट गया। हुण वारी आ गई शाशल बेग अते बाशल बेग दी। देखण वाले दूर दूर खड़े हैं खालसा जी। नीहां शुरू हो गईयां। जदों नीहा, हुण नीहा की सी खालसा जी? नीहा ओ सजा सी यासा दे अधीन। आखो सतनाम। जिवें गुरु अर्जन देव पातशाह नूं तत्ती तवी खून नहीं डुलिया, उबलदी देख खून नहीं डुलिया, गरम गरम रेता खून ना डुले, अंदर ही खून सुक जावे। ताही पातशाह ने खालसा जी इन्हां दी कोई नहीं बननी। ये भी चाहते सन कि ये साहिबजादे भी इन्हां दा खून ना डुले। जो खून डुलेगा सारी धरती भड़केगी। जो डुलदा खून शहीदां दा तकदीर बदलदी कौमां दी। ते नीहां शुरू होईयां, कदम दर कदम उत्ते आउंदी गईयां, ठोडी तक। फिर कहते बीनी, बीनी को ढांपते ही, ए बीनी नक, नक तो बाद चशम, अखां, हद चांद सी जिमी को ग्रहण सा लगा गई। तो पूरे मत्थे तक अगे उत्ते आ गए ना, अगे साह आना बंद हो गया। ते साहिबजादे उत्थे डिग के खालसा बेहोश हो गए सन। डिगे जदों नीहां नाल ढह पियां, उत्थे जलाद इशारा करदा है कि जे साह चल रहे हैं ते
ਇਹਨਾਂ ਨੇ ਫਿਰ ਖਾਲਸਾ ਜੀ ਵਾਰ ਕਰਕੇ ਤਲਵਾਰ ਮਾਰ ਕੇ ਬੱਚਿਆਂ ਦੇ ਕਹਿ ਲੋ ਉਹਨੂੰ ਸ਼ਹੀਦ ਕੀਤਾ ਗਿਆ। ਬੱਚਿਆਂ ਨੂੰ ਖੂਨ ਡੁੱਲਿਆ, ਜਿੱਥੇ ਖੂਨ ਡੁੱਲਿਆ ਖਾਲਸਾ ਜੀ ਉੱਥੇ ਉਪਦਰਵ ਹੋਏ। ਫਿਰ ਉੱਥੇ ਧਰਤੀ ਤਹਿਸ਼ ਨਹਿਸ਼ ਹੋ ਗਈ, ਸਰਹੰਦ ਦੀ ਧਰਤੀ। ਅੱਜ ਐਸੇ ਮਹਾਨ ਬਾਬੇ ਹਨ, ਇਹਨੂੰ ਬਾਬੇ ਕਿਉਂ ਆਖਦੇ ਭਾਈ? ਕਿਉਂਕਿ ਜਦੋਂ ਕਚਹਿਰੀ 'ਚ ਪੇਸ਼ ਕੀਤਾ ਗਿਆ ਨਾ, ਲਾਲਚ ਮਿਲੇ, ਧਮਕੀਆਂ ਮਿਲੀਆਂ, ਬੜਾ ਕੁਝ ਮਿਲਿਆ। ਵੀ ਇੱਕ ਤਾਂ ਮੌਕੇ ਦੀ ਸਰਕਾਰ, ਉਹਦਾ ਡਰਾਵਾ, ਪ੍ਰਤਾਪ ਉਹਨਾਂ ਦੇ, ਅਮੀਰ ਬੰਦੇ ਉੱਚੇ ਅਹੁਦਿਆਂ ਤੇ ਬੈਠੇ, ਕਿਸੇ ਤੋਂ ਘਾਬਰੇ ਨਹੀਂ। ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਆਪਸ ਵਿੱਚ ਗੱਲਾਂ ਕਰਦੇ, ਕਿਉਂ ਫਤਿਹ ਸਿੰਘ ਕੀ ਕਰੀਏ? ਫਤਿਹ ਸਿੰਘ ਕਹਿਣ ਲੱਗੇ, ਜ਼ੋਰਾਵਰ ਸਿੰਘ ਜੀ, ਜਿਵੇਂ ਸਾਡੇ ਦਾਦਾ ਨੇ ਸੀਸ ਦਿਆ ਪਰ ਸਿਰ ਨਾ ਦਿਆ, ਇਸੇ ਤਰ੍ਹਾਂ ਅਸੀਂ ਵੀ ਇਹਨਾਂ ਦੇ ਇਨਾਮਾਂ ਉੱਤੇ, ਲਾਲਚਾਂ ਉੱਤੇ ਜੁੱਤੀ ਮਾਰਦੇ ਹਾਂ। ਅਸੀਂ ਵੀ ਆਪਣਾ ਸੀਸ ਦੇ ਕੇ ਇਹਨਾਂ ਦੀ ਜੜਾ ਪੁੱਟ ਦੇਵਾਂਗੇ। ਇਹ ਹੈ ਬਾਬੇ ਦੀ ਕਥਾ ਕਹਾਣੀ ਖਾਲਸਾ ਜੀ। ਕਿ ਪਤਾ ਸੀ ਪਹਿਲਾ ਮਰਨ ਕਬੂਲ, ਪਹਿਲਾ ਮਰਨ ਕਬੂਲ, ਮਰਨ ਕਬੂਲ, ਪਹਿਲਾ ਮਰਨ ਕਬੂਲ। ਜੀਵਨ ਕੀ ਛੜ ਆਸ, ਜੀਵਨ ਕੀ ਛੜ ਆਸ, ਜੀਵਨ ਕੀ ਛੱਡ ਆਸ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣੁਕਾ, ਹੋ ਸਭਨਾ ਕੀ ਰੇਣੁਕਾ, ਸਭਨਾ ਕੀ ਰੇਣੁਕਾ, हो सबना की रेणुका। तो आओ हमारे पास, तो आओ हमारे पास, आओ हमारे पास, तो आओ हमारे पास। फतेह सिंह कहन लगे, जोरावर सिंह जी, पहला मरण कबूल। साडे हिरदे विच, साडे खून खून च मरना कबूल किया गया है, किसी दी नहीं मननी। ਇਹ ਹੈ ਖਾਲਸਾ ਜੀ ਬਾਬਾ ਸਿਆਣੀ ਗੱਲ ਕਰੇ। ਉਮਰ ਨਹੀਂ ਬਾਬੇ ਵਾਲੀ ਹੁੰਦੀ, ਜਜ਼ਬੇ ਹੁੰਦੇ ਹਨ, ਮਨ ਹੁੰਦਾ ਹੈ, ਰੋਸ਼ਨ ਦਿਮਾਗ ਹੈ ਇਹਨਾਂ ਸਾਹਿਬਜ਼ਾਦਿਆਂ ਦਾ। ਸ਼ਹੀਦ ਹੋ ਗਏ ਇਹ ਨਿੱਕੇ ਬਾਬੇ, ਪਰ ਕਿਸੇ ਦੀ ਇਹ ਨਹੀਂ ਮੰਨੀ। ਉਥੇ ਸਾਰਿਆਂ ਦੀ ਅੱਖਾਂ ਚੋਂ ਹੰਝੂ ਆਏ ਖਾਲਸਾ ਜੀਓ। ਪਰ ਜਿਹੜੇ ਸੁੱਚਾ ਆਨੰਦ ਵਰਗੇ ਖੱਤਰੀ ਇਹ ਹੱਸਦੇ ਪਏ, ਪਤਾ ਵੀ ਹੁਣ ਰੋਣਾ ਇਹਨਾਂ ਨੇ। ਜਿਹੜੇ ਉਦੋਂ ਅੱਖਾਂ ਦੇ ਹੰਝੂ ਵਾਏ ਉਹ ਬਚ ਗਏ, ਜਿਹੜੇ ਉਦੋਂ ਹੱਸੇ ਉਹ ਤਬਾਹ ਹੋ ਗਏ ਖਾਲਸਾ ਜੀਓ। ਟੋਡਰਮਲ ਕਿਸੇ ਕੰਮ ਬਾਹਰ ਗਿਆ ਹੋਇਆ ਸੀ, ਪਤਾ ਲੱਗਿਆ ਉਹਨਾਂ ਨੂੰ ਕਿ ਬੜੀ ਕਾਹਲੀ ਨਾਲ ਆਇਆ, ਪਰ ਸਾਹਮਣੇ ਵੇਖਦਾ ਬੱਚੇ ਸ਼ਹੀਦ ਪਏ ਹਨ। माता गुजरी जी को गया, कहने लगा, माता तेरे पोतरे शहीद हो गए हैं। माता कहने लगी, तू कौन भाई? कहना, मां है तो अखवांदा तो गुरु का सिखा, पर अभागा वां। चाहुंदा सी ये जितनी माया है, माया दे के बच्चियां नूं इन्हां दे पिता कोल भेज देवां, पर सेवा नहीं कर सकिया। ਉੱਥੇ ਮਾਤਾ ਜੀ ਵੀ ਖਾਲਸਾ ਜੀ ਉਹ ਸ਼ਹੀਦ ਹੋ ਗਏ ਸਨ। ਤਿੰਨਾਂ ਦੇ ਜਿਹੜੇ ਕਹਿ ਲੋ ਸਰੀਰ ਚੁੱਕ ਕੇ ਪਿੱਛੇ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਹੈ, ਉੱਥੇ ਗੇਰੇ ਗਏ। ਤੇ ਉੱਥੋਂ ਫਿਰ ਖਾਲਸਾ ਜੀ ਉਹ ਟੋਡਰਮਲ ਨੇ ਉਹ ਧਰਤੀ ਮੁੱਲ ਖਰੀਦੀ। ਖਰੀਦੀ ਕਿਸ ਤੋਂ? ਅਸਲ ਜ਼ਮੀਨ ਸੀ ਅੱਤੇ ਸ਼ਾਹ ਦੀ। ਅੱਤੇ ਸ਼ਾਹ ਮੁਸਲਮਾਨ ਸੀ, ਜ਼ਮੀਨ ਸਾਰੀ ਉਹਦੀ ਸੀ, ਜੋਤੀ ਸਰੂਪ ਵਾਲੀ। ਤੇ ਉਹ ਖਰੀਦਣ ਦਿੰਦਾ ਨਹੀਂ ਸੀ ਵਜ਼ੀਰ ਖਾਂ, ਕਿਸੇ ਨੂੰ ਖਰੀਦਣ ਦੇਣੀ ਨਹੀਂ ਮੈਂ। ਪਰ ਅੱਤੇ ਸ਼ਾਹ ਦਾ ਹੌਸਲਾ ਦੇਖੋ, ਕਹਿੰਦਾ ਮੈਂ ਵੇਚਾਂਗਾ, ਭਾਵੇਂ ਪੈਸੇ ਤੂੰ ਲੈ ਲੈ, ਪਰ ਜਗ੍ਹਾ ਮੈਂ ਦੇਵਾਂਗਾ। ਤੇ ਟੋਡਰਮਲ ਨੂੰ ਫਿਰ ਕੀ ਆਖਿਆ ਗਿਆ, ਜਿਤਨੀ ਜਗ੍ਹਾ ਲੈਣੀ ਹੈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਸਾਨੂੰ ਦੇਵੋ। ਟੋਡਰਮਲ ਨੇ ਆਪਣਾ ਸਾਰਾ ਖਜ਼ਾਨਾ ਲਾਤਾ। ਉਹ ਜਿਤਨੀ ਜਗ੍ਹਾ ਤੁਸੀਂ ਦਰਸ਼ਨ ਕਰਦੇ ਹੋ, ਜਿੱਥੇ ਪ੍ਰਕਾਸ਼ ਹੈ ਪਾਤਸ਼ਾਹ ਦਾ, ਉਹਦੇ ਖਾਲਸਾ ਖੱਬੇ ਹੱਥ
ਥੜਾ ਬਣਿਆ ਹੋਇਆ ਲਗਭਗ 1.5 ਬਾਈ 2 ਦਾ ਹੋਵੇਗਾ। ਉਹ ਜਗ੍ਹਾ ਹੈ ਅਸਲ ਜਿੱਥੇ ਬੱਚਿਆਂ ਦਾ ਕਹਿ ਲਓ ਸੰਸਕਾਰ ਕੀਤਾ ਗਿਆ ਸਾਹਿਬਜ਼ਾਦਿਆਂ ਤੇ ਮਾਤਾ ਗੋਜਰੀ ਜੀ ਦਾ। ਉਹ ਅੱਤੇ ਸ਼ਾਹ ਦੀ ਪਹਿਲਾਂ ਕਬਰ ਬਣੀ ਸੀ ਸਰੋਵਰ ਦੇ ਕਿਨਾਰੇ ਉੱਤੇ, ਉਹਦੀ ਯਾਦ। ਉਹ ਮੁਸਲਮਾਨਾਂ ਦਾ ਪਿਆਰ ਸ਼ੁਰੂ ਤੋਂ ਹੀ ਰਿਹਾ। ਭਾਈ ਮਰਦਾਨਾ ਜੀ, ਫਿਰ ਅੱਗੇ ਸਾਰੇ ਚੱਲਦੇ ਆਏ, ਗਨੀ ਖਾਨ, ਅਬੀ ਖਾਨ, ਪੀਰ ਬੁੱਧੂ ਸ਼ਾਹ ਤੇ ਖਾਲਸਾ ਜੀ, ਹੋਰ ਰੱਬ ਦੇ ਪਿਆਰੇ। ਉਹ ਅੱਤੇ ਸ਼ਾਹ ਨੇ ਵੀ ਆਪਣੀ ਸੇਵਾ ਨਿਭਾਤੀ। ਇੱਧਰ ਜਿਹਨੇ ਜਿਹਨੇ ਦੁੱਧ ਪਿਆਇਆ, ਮੋਤੀ ਰਾਮ ਮਹਿਰੇ ਨੇ, ਭਾਵੇਂ ਗਰੀਬ ਸੀ, ਆਪਣੇ ਘਰ ਵਾਲੀ ਦੇ ਗਹਿਣੇ ਵੇਚ ਕੇ, ਪਰ ਇਹਦਾ ਪਰਿਵਾਰ ਵੀ ਕੁੱਲ ਨਾਲ ਪੀਣੇ ਗਏ ਖਾਲਸਾ ਜੀ। ਉਹ ਸਾਰੇ ਪਾਸੇ ਖਾਲਸਾ ਜਿਨ੍ਹਾਂ ਨੇ ਸੇਵਾ ਨਿਭਾਈ, ਉਹਨੇ ਸ਼ਹੀਦੀਆਂ ਦਿੱਤੀਆਂ ਖਾਲਸਾ ਜੀ। ਉਹ ਹੁਣ ਵਜ਼ੀਰ ਖਾਨ ਦਾ ਕੀ ਬਣਿਆ? ਜਿਸ ਦਿਨ ਤੋਂ ਵਜ਼ੀਰ ਖਾਨ ਨੇ ਬੱਚੇ ਸ਼ਹੀਦ ਕੀਤੇ ਨਾ, ਉਸ ਦਿਨ ਤੋਂ ਨੀਂਦ ਨਾ ਆਵੇ। ਸੌਂਦਾ ਹੈ, ਵੱਡੇ ਵੱਡੇ ਨਿਹੰਗ ਸਿੰਘ ਬਰਛੇ ਵਾਲੇ ਨੂੰ ਮਾਰ ਕੇ ਉਠਾ ਦਿੰਦੇ। ਤੇ ਕੋਟ ਕਪੂਰੇ ਦਾ ਕਪੂਰ ਸਿੰਘ ਕਿਸੇ ਕੰਮ ਮਾਮਲਾ ਭਰਨ ਸਰਹੰਦ ਆਇਆ, ਦੇਖਦਾ ਹੈ ਕਿ ਵਜ਼ੀਰ ਖਾਨ ਅੱਖਾਂ 'ਚ ਨੀਂਦ ਭਰੀ ਹੋਈ ਹੈ, ਬੜਾ ਦੁਖੀ ਹੈ। ਪੁੱਛਦਾ ਹੈ ਵੀ ਕਿਵੇਂ ਵਜ਼ੀਰ ਖਾਨ ਜੀ, ਬੜੇ ਦੁਖੀ ਲੱਗਦੇ ਹੋ। ਕਹਿੰਦਾ ਕੀ ਦੱਸਾਂ ਭਰਾਵਾ, ਜਿਸ ਦਿਨ ਤੋਂ ਬੱਚੇ ਸ਼ਹੀਦ ਕੀਤੇ ਨੀਂਦ ਨਹੀਂ ਆਉਂਦੀ। ਕਹਿੰਦੇ ਚੱਲ ਵਿਖਾ। ਉਹਨੂੰ ਪਤਾ ਸੀ ਉਹ ਸਿੱਖ ਸੀ ਪਿਆਰਾ। ਉਹ ਦੇਖਣ ਗਿਆ, ਉਸ ਜਗ੍ਹਾ ਤੇ ਲੋਕੀ ਮਲ ਮੂਤਰ ਤਿਆਗਦੇ ਸਨ, ਜੋੜੇ ਲੱਗ ਜਾਂਦੇ। ਕਹਿੰਦੇ ਇੱਥੇ ਪਹਿਲਾਂ ਥੜਾ ਆਪ ਬਣਵਾਓ। ਉਹ ਪਹਿਲਾ ਥੜਾ ਬਣਵਾਇਆ ਗਿਆ ਵਜ਼ੀਰ ਖਾਨ ਦੇ ਹੱਥੋਂ ਹੀ, ਤੇ ਪਹਿਲੀ ਜੋਤ ਉੱਥੇ ਜਗਾਈ ਵੀ ਇਸ ਵਜ਼ੀਰ ਖਾਨ ਨੇ ਆਪ। ਇਸੇ ਠੰਡਾ ਬੁਰਜ, ਉਸ ਸਾਹਮਣੇ ਮੇਨ ਸਥਾਨ ਜਿੱਥੇ ਨੀਹਾਨ, ਉਹਦੇ ਸਾਹਮਣੇ ਪ੍ਰਕਾਸ਼ ਦੇ ਸਾਹਮਣੇ ਥੜਾ ਬਣਿਆ ਹੋਇਆ ਹੈ। ਉਹ ਥੜਾ ਉਹ ਖਾਲਸਾ ਇਹਨੇ ਆਪ ਬਣਵਾਇਆ ਸੀ। ਉਹ ਪਹਿਲਾ ਥੜਾ ਬਣਵਾਇਆ ਖਾਲਸਾ ਜੀ। ਉਹ ਕੋਟ ਕਪੂਰੇ ਦੇ ਕਪੂਰ ਸਿੰਘ ਨੇ ਬਣਾਇਆ ਵੀ, ਵਜ਼ੀਰ ਖਾਨ ਨੇ ਖੁਦ ਖਾਲਸਾ ਜੀ। ਉਹ ਤਾਂ ਥੋੜਾ ਬਚਾਅ ਹੋਇਆ ਇਹਦਾ। ਤੇ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਨੇ ਸਭ ਨੂੰ ਤਬਾਹ ਕਰਤਾ। ਇੱਧਰ ਵਜ਼ੀਰ ਖਾਨ, ਸੁੱਚਾ ਨੰਦ ਤੇ ਗੰਗੂ ਬ੍ਰਾਹਮਣ ਤਾਂ ਪਾਗਲ ਹੋ ਕੇ ਮਰ ਗਿਆ ਸੀ ਖਾਲਸਾ ਜੀ। ਉਹ ਇਸ ਤਰ੍ਹਾਂ ਇਹ ਸਾਹਿਬਜ਼ਾਦੇ ਨਿੱਕੀਆਂ ਜਿੰਦਾਂ, ਵੱਡੇ ਸਾਕੇ ਇਹਨਾਂ ਮਹਾਂਪੁਰਖਾਂ ਦਾ, ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਖਾਲਸਾ ਜੀ। ਕੋਟ ਕੋਟ ਪ੍ਰਣਾਮ ਇਹਨਾਂ ਪਿਆਰਿਆਂ ਨੂੰ। ਨਿੱਕੀਆਂ ਜਿੰਦਾਂ, ਵੱਡੇ ਸਾਕੇ, ਜਿੱਥੇ ਖਾਲਸਾ ਸਰਹੰਦ ਸ਼ਹਿਰ ਉਜੜ ਕੇ ਤਬਾਹ ਹੋ ਗਿਆ। ਬਚਨ ਸੀ ਕਲਗੀਧਰ ਪਾਤਸ਼ਾਹ ਦਾ, ਸਗਲ ਮਲੇਸ਼ਨ ਕੀ ਜੜ ਗਈ, ਇੱਕ ਮਲੇਰੀਅਨ ਕੀ ਜੜ ਰਹੀ। ਸਾਰੇ ਮਲੇਸ਼ੀਆ ਦੀ ਜੜ ਤਬਾਹ ਹੋ ਗਈ। ਖਾਲਸਿਕ ਮਲੇਰ ਕੋਟਲੇ ਵਾਲੇ ਉਹ ਰਹਿ ਗਏ ਜਿਹਨੇ ਹਾਂ ਦਾ ਨਾਰਾ ਮਾਰਿਆ। ਦੇਖੋ ਭਾਵੇਂ ਅੰਦਰੋਂ ਕੈਸਾ ਸੀ, ਪਰ ਜਿਹਨੇ ਇੱਕ ਵਾਰੀ ਹਾਂ ਦਾ ਨਾਰਾ ਮਾਰਤਾ, ਖਾਲਸੇ ਪੰਥ ਨੇ ਉਹਨੂੰ ਅਜੇ ਤੱਕ ਵੀ ਬਚਾ ਕੇ ਰੱਖਿਆ ਹੈ। ਪਿਆਰ ਨਿਭਾਇਆ, ਕਲਗੀਧਰ ਪਾਤਸ਼ਾਹ ਦਾ ਬਚਨ ਮੰਨਿਆ। ਤੇ ਬਾਕੀ ਸਰਹੰਦ ਸ਼ਹਿਰ ਨੂੰ ਬੰਦਾ ਸਿੰਘ ਬਹਾਦਰ ਨੇ, ਫਿਰ ਸਿੰਘਾਂ ਨੇ ਤਬਾਹ ਕਰਕੇ, ਤੇ ਇੱਥੇ ਜਿਹੜਾ ਹੁਣ ਜ਼ਿਲ੍ਹਾ ਹੈ ਸ੍ਰੀ ਫਤਿਹਗੜ੍ਹ ਸਾਹਿਬ, ਇਹ ਮਹਾਨ ਸ਼ਹੀਦਾਂ ਦੀ ਧਰਤੀ ਹੈ ਖਾਲਸਾ ਜੀਓ। ਲੱਖਾਂ ਸੰਗਤਾਂ ਨਤਮਸਤਕ ਰੋਜ਼ ਹੋ ਰਹੀਆਂ ਹਨ। ਐਸੇ ਸ਼ਹੀਦਾਂ ਨੂੰ ਅਸੀਂ ਵੀ ਇੱਥੋਂ ਪ੍ਰਣਾਮ ਕਰੀਏ, ਮੱਥਾ ਟੇਕੀਏ। ਧੰਨ ਗੁਰੂ ਕੇ ਪਿਆਰੇ ਹਨ।